श्री नानक पद पंकज बंदन पद पंकज बंदन सिमरो अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन बिघ्नन के नासक बिघ्नन के नासक श्री हर गोबिंद शुभ सुमत प्रकाशक श्री हर राय नमो कार जोरी नमो कार जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विशाला तरों तरा तर पुन पुन सीसा पुन पुन सीसा बंदाओं बार बार जगदीसा जिसमें अमृत ज्ञान है मानक भगत वैराग श्री गुरु ग्रंथ साहिब उदद बंदाओं कर अनुराग श्री गुरु शब्द कमाए जिना जीते पंच विकार तिन संतन का बंदना सिर चरणन पर धार एक ओंकार सतगुरु तेह प्रसाद सब होए वाहिगुरु जी की फतेह बिघ्न विनाशन सोए वाहिगुरु जी की फतेह बिघ्न विनाशन सोए। सतनाम श्री वाहिगुरु साहब जी दोहरा दासी पृथ्वी की सुनत दंपत के सुन बैन मन प्रसन्न वत ही भई कर विचार दिन रैन दासी पृथ्वी की सुनत दंपत के सुख बैन। वाहिगुरु जी का खालसा वाहिगुरु जी की फतेह। गरीब नवाज पतत पावन भगत वशल दीन दुनी दे मालक दसां ही पातशाहियां दी जागदी जोत आत्मिक ਸਰੂਪ ਚਾਵਰ ਛਾਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸਜੇ ਹੋਏ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਮੂਹ ਸਾਧ ਸੰਗਤ ਜੀ ਸਵਾਬ ਜੀ ਬਹੁਤ ਹੀ ਵੱਡੀਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੋ ਰਹੀ ਹੈ। सतगुरां दी हाजूरी दे अंदर आप जी ने इलाही गुरबाणी दे कीर्तन सत्कारयोग भाई जरनैल सिंह जी दमदमी टकसाल वाले उन्हां दे पासों सरवण कीते हाल काल युग मह कीर्तन प्रधाना गुरमुख जपिया लाए ध्याना ਸਵਾ ਹੁਣ ਐਸਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜਨਮ ਨੂੰ ਔਰ ਆਪਣੇ ਇਸ ਸਮੇਂ ਨੂੰ ਕੀਮਤੀ ਬਣਾਉਂਦਿਆਂ ਹੋਇਆਂ
ਬੜੇ ਹੀ ਪ੍ਰੇਮ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ੂਰੀ ਦੇ ਅੰਦਰ ਬੈਠ ਕਰਕੇ ਜਵਾਬ ਸਰਬਾ ਸੰਗਤਾਂ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਦੀਆਂ ਹੋ। ਇਸੇ ਤਰ੍ਹਾਂ ਹੀ ਘਰਾਂ ਦੇ ਵਿੱਚ ਬੈਠ ਕੇ ਵੀ ਆਪ ਜੀ ਨੇ ਇਸ ਗੁਰਬਾਣੀ ਦਾ, ਇਸ ਕਥਾ ਦਾ ਆਨੰਦ ਪ੍ਰਾਪਤ ਕਰਨਾ ਕੀਤਾ ਹੈ। ਸਵਾਓ ਜਿਤਨਾ ਕੁ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ, ਆਪਾਂ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨਾ ਹੈ। ਉੱਥੇ ਹੀ ਅੱਜ ਦਾ ਜੋ ਮਹਾਨ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਨ ਗੁਰਸਿੱਖ ਔਰ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਸੋ ਗੁਰੂ ਘਰ ਦੇ ਵਿੱਚ ਰਹਿ ਕਰਕੇ ਬੇਅੰਤ ਸੇਵਾਵਾਂ ਕੀਤੀਆਂ ਔਰ ਗੁਰੂ ਘਰ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਸਤਿਕਾਰ ਸੀ ਔਰ ਜਿਨ੍ਹਾਂ ਨੂੰ ਅਸੀਂ ਸਤਿਕਾਰ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਖਦੇ ਹਾਂ। ਸੋ ਅੱਜ ਉਹਨਾਂ ਮਹਾਂਪੁਰਖਾਂ ਦਾ ਆਗਮਨ ਪੁਰਬ ਹੈ। ਸੋ ਜਿਨ੍ਹਾਂ ਦਾ ਜਨਮ 7 ਕੱਤਕ 1563 ਕੱਥੂ ਨੰਗਲ ਦੀ ਧਰਤੀ ਵਿਖੇ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ 12 ਸਾਲ ਦੀ ਉਮਰ ਦੇ ਵਿੱਚ ਹੋਇਆ ਹੈ। ਉਸ ਤੋਂ ਉਪਰੰਤ ਮਹਾਰਾਜ ਸਾਹਿਬ ਦੇ ਨਾਲ ਰਹਿ ਕਰਕੇ ਬੇਅੰਤ ਸੇਵਾਵਾਂ ਕੀਤੀਆਂ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਸਮਾਂ ਆਇਆ ਹੈ, ਜਿਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਣਾ ਹੈ ਤੇ ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਅੱਗੇ ਕੀਤਾ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਤੱਕ ਗੁਰਤਾ ਗੱਦੀ ਦਾ ਤਿਲਕ ਉਹ ਮਹਾਂਪੁਰਖ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਲਾਉਂਦੇ ਆਏ ਨੇ। ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਜਿੱਥੇ ਮਹਾਰਾਜ ਸਾਹਿਬ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਬੌਲੀ ਸਾਹਿਬ ਦਾ ਨਿਰਮਾਣ ਕੀਤਾ ਤੇ ਉਹਦਾ ਟੱਕ ਵੀ ਮਹਾਂਪੁਰਖਾਂ ਦੇ ਕੋਲੋਂ ਬਾਬਾ ਬੁੱਢਾ ਜੀ ਦੇ ਕੋਲੋਂ ਲਵਾਇਆ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਔਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਆਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਹਜ਼ੂਰ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਤੇ ਉਹ ਸੰਪੂਰਨਤਾ ਕੀਤੀ ਹੈ। ਔਰ ਉਸ ਤੋਂ ਉਪਰੰਤ ਜਦੋਂ ਪ੍ਰਕਾਸ਼ ਕਰਨਾ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਬਾ ਬੁੱਢਾ ਸਾਹਿਬ ਨੂੰ ਉੱਥੋਂ ਦਾ ਗ੍ਰੰਥੀ, ਮੁੱਖ ਗ੍ਰੰਥੀ, ਹੈਡ ਗ੍ਰੰਥੀ ਬਣਾਇਆ ਤੇ ਬਚਨ ਕੀਤੇ ਸਨ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ, ਅਦਬ ਸੰਗ ਤੇ ਗ੍ਰੰਥ ਸੋ ਖੋਲਾ ਲੈ ਆਵਾਜ਼, ਬੁੱਢਾ ਤਬ ਬੋਲਾ। ਇਹ ਬਚਨ ਆਉਂਦੇ ਨੇ ਤੇ ਹੁਕਮਨਾਮਾ ਸਾਹਿਬ ਆਇਆ ਸੀ ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਜਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਕਾਰ ਵਾਹਿਗੁਰੂ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਨੇ, ਕਿਉਂਕਿ ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਪਰਿਕਰਮਾ ਦੇ ਵਿੱਚ 3 ਬੇਰੀਆਂ ਹਨ। ਇੱਕ ਦੁੱਖ ਭੰਜਨੀ ਬੇਰੀ ਹੈ, ਇੱਕ ਲਾਚੀ ਬੇਰੀ ਹੈ, ਤੀਸਰੀ ਬੇਰੀ ਉਹਨੂੰ ਬਾਬਾ ਬੁੱਢਾ ਸਾਹਿਬ ਦੀ ਬੇਰੀ ਕਿਹਾ ਜਾਂਦਾ ਹੈ, ਕਿਉਂਕਿ ਉੱਥੇ ਬੈਠ ਕਰਕੇ ਬਾਬਾ ਬੁੱਢਾ ਸਾਹਿਬ ਜੀ ਆਪਣੀ ਨਿਗਰਾਨੀ ਦੇ ਨਾਲ ਸੋ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ। ਫਿਰ ਜਿਹੜੇ ਮਜ਼ਦੂਰ ਕੰਮ ਕਰਦੇ ਨੇ, ਜਿੱਥੇ ਸੰਗਤਾਂ ਵੀ ਸੇਵਾਵਾਂ ਕਰਦੀਆਂ ਹਨ, ਪਰ ਜਿਹੜੇ ਹੋਰ ਮਜ਼ਦੂਰ ਲੱਗੇ ਨੇ ਸੇਵਾ ਕਰਦੇ ਹਨ ਔਰ ਉਹਨਾਂ ਨੂੰ ਤਨਖਾਹਾਂ ਬਾਬਾ ਬੁੱਢਾ ਜੀ ਆਪ ਦਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਹੀ ਜ਼ਿੰਮੇਵਾਰੀ ਜਿਹੜੀ ਆ ਉਹ ਬਾਬਾ ਬੁੱਢਾ ਜੀ ਦੀ ਲਾਈ ਹੈ। ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਹਜ਼ੂਰ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ ਤੇ ਉਸ ਵਕਤ ਬਚਨ ਆਉਂਦੇ ਹਨ ਇਤਿਹਾਸ ਦੇ ਵਿੱਚ, किसी राज ने हाथ लगायो, बुढ़ा और गुरदास बनायो। बाबा बुढ़ा जी ते भाई गुरदास जी ने वो तख्त बनाया है। सो ऐसियां बेअंत सेवावां बाबा बुढ़ा जी ने धन गुरु पूरे सतगुरां दे शरणां दे चरण दे विच रह करके
ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਤੱਕ ਬੇਅੰਤ ਸੇਵਾਵਾਂ ਕੀਤੀਆਂ। 125 ਸਾਲ ਦੀ ਉਮਰ 5 ਭੂਤਕ ਸਰੀਰ ਦੇ ਵਿੱਚ ਬਤੀਤ ਕਰਕੇ ਗਏ ਨੇ, ਜਿੰਦੇ ਵਿੱਚੋਂ 112 ਸਾਲ ਦੀ ਉਮਰ ਉਹਨਾਂ ਨੇ ਗੁਰੂ ਘਰ ਦੇ ਵਿੱਚ ਗੁਰੂ ਦੇ ਲੇਖੇ ਲਾਈ ਹੈ। ਸਭ ਸਾਰੀਆਂ ਹੀ ਸੰਗਤਾਂ ਨੂੰ ਮਹਾਂਪੁਰਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਕਿਉਂਕਿ ਆਪਾਂ ਨੇ ਥੋੜ੍ਹੀ ਕੁ ਵਿਚਾਰ ਕੀਤੀ ਹੈ। ਔਰ ਜੋ ਬਾਬਾ ਬੁੱਢਾ ਜੀ ਦੇ ਆਗਮਨ ਪੁਰਬ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਉਦੋਂ ਇਹ ਸਾਰੀ ਵਿਚਾਰ, ਕਿਉਂਕਿ ਜੇ ਅਸੀਂ ਆਪਾਂ ਬਾਬਾ ਬੁੱਢਾ ਜੀ ਦੇ ਜੀਵਨ ਦੀ ਕਥਾ ਕਰੀਏ, ਬੇਅੰਤ ਮਹਿਮਾ ਹੈ। ਉਹਨਾਂ ਮਹਾਂਪੁਰਖਾਂ ਦੀ ਵਡਿਆਈ ਆਪਾਂ ਕਦੇ ਬਿਆਨ ਨਹੀਂ ਕਰ ਸਕਦੇ। ਮਹਾਰਾਜ ਸਾਹਿਬ ਦੇ ਬਚਨ ਪੜ੍ਹਦੇ ਹਨ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਉਹ ਚੱਲ ਰਹੀ ਹੈ, ਇਸ ਪ੍ਰਸੰਗ ਦੇ ਵਿੱਚ ਮਹਾਂਪੁਰਖਾਂ ਦੀ ਵਡਿਆਈ ਉਹ ਆਪਾਂ ਨੇ ਸਰਵਨ ਕਰਨੀ ਹੈ। ਕਿ ਕਿਵੇਂ ਮਾਤਾ ਗੰਗਾ ਜੀ ਉਹਨਾਂ ਨੇ ਜਾਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨੇ ਨੇ ਕਿ ਮਾਤਾ ਗੰਗਾ ਜੀ ਤੁਸੀਂ ਬਾਬਾ ਬੁੱਢਾ ਜੀ ਦੇ ਕੋਲ ਜਾਓ, ਉਹ ਕਿਰਪਾ ਕਰਨਗੇ, ਪੁੱਤਰ ਦੀ ਦਾਤ ਉਹ ਬਖਸ਼ਿਸ਼ ਕਰਨਗੇ। ਸੋ ਆਓ ਹੁਣ ਆਪਾਂ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਉਹਨੂੰ ਸਰਵਨ ਕਰੀਏ। ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਇੱਥੋਂ ਤੱਕ ਇਹ ਕਥਾ ਵਿਚਾਰ ਸਰਵਨ ਕੀਤੀ ਹੈ, ਜਿਸ ਪ੍ਰਿਥੀ ਚੰਦ ਨੇ ਗੁਰਤਾ ਗੱਦੀ ਦੇ ਵਾਸਤੇ ਬੜੇ ਯਤਨ ਕੀਤੇ, ਪਰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ। ਕਰਮ ਜਿਹੜੀ ਉਹਦੀ ਘਰ ਵਾਲੀ ਹੈ ਹਰ ਰੋਜ਼ ਤਾਨੇ ਮਾਰਦੀ ਹੈ ਕਿ ਤੂੰ ਆਪਣੇ ਆਪ ਨੂੰ ਬੜਾ ਵੱਡਾ ਖਵਾਉਂਦਾ ਸੀ ਕਿ ਮੈਂ ਬੜਾ ਸਿਆਣਾ ਹਾਂ। ਸੋ ਇਸ ਤਰੀਕੇ ਦੇ ਨਾਲ, ਪਰ ਜੋ ਗੁਰਤਾ ਗੱਦੀ ਦਾ ਮਾਲਕ ਹੈ ਉਹ ਤੇਰਾ ਛੋਟਾ ਭਰਾ ਜਿਹੜਾ ਹੈ ਅਰਜਨ ਦੇਵ ਉਹ ਬਣ ਗਿਆ ਹੈ, ਉਹਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ ਹੈ, ਕੋਈ ਫਾਇਦਾ ਨਹੀਂ ਰਿਹਾ ਵੀ। ਸੋ ਬੜੇ ਧਰਵਾਸ ਨੇ ਦਿੱਤੇ ਹਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਹੁਣ ਇਹਨੇ ਆਖਿਆ ਪ੍ਰਿਥੀ ਚੰਦ ਨੇ ਕਿ ਕੋਈ ਗੱਲ ਨਹੀਂ, ਜੇ ਮੈਂ ਗੁਰਤਾ ਗੱਦੀ ਦਾ ਵਾਰਸ ਨਹੀਂ ਬਣਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪੁੱਤਰ ਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ। ਕਰਮੋ ਕਹਿੰਦੀ ਉਹ ਕਿਵੇਂ? ਕਹਿੰਦਾ ਹੈ ਕਿ ਵੇਖ, ਸਿੱਖਾਂ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਕੋਈ ਪੁੱਤਰ ਨਹੀਂ ਹੈਗਾ ਵੀ, ਇਹਨਾਂ ਨੇ ਚੜ੍ਹਾਈ ਕਰ ਜਾਣਾ ਹੈ। ਜਿੰਨਾ ਵੀ ਇਹਨਾਂ ਦਾ ਸਾਜੋ ਸਮਾਨ ਗੁਰਤਾ ਗੱਦੀ ਉਹ ਸਾਰਾ ਕੁਝ ਆਪਣੇ ਕੋਲ ਆ ਜਾਣਾ ਹੈ। ਜੋ ਕੀਮਤੀ ਵਸਤੂਆਂ ਹਨ ਇਹਨਾਂ ਦੇ ਕੋਲ ਉਹ ਸਾਰਾ ਕੁਝ, ਦੁਸ਼ਾਲੇ ਉਹ ਵੀ ਆ ਜਾਣੇ ਨੇ, ਤੇ ਗੁਰਤਾ ਗੱਦੀ ਦੇ ਵਾਰਸ ਮੇਰੇ ਪੁੱਤਰ ਮਹਾਦੇਵ ਨੇ ਬਣ ਜਾਣਾ ਹੈ। ਇਸ ਤਰ੍ਹਾਂ ਇਹ ਵਿਚਾਰਾਂ ਕਰਦੇ ਹਨ ਆਪਣੇ ਮਨ ਦੇ ਵਿੱਚ, ਕਿਉਂਕਿ ਇਹ ਗੱਲ ਸੱਚ ਨਹੀਂ ਹੋਣੀ। ਆਉਣ ਵਾਲੇ ਸਮੇਂ ਦਾ ਪਤਾ ਨਹੀਂ ਨਾ ਕਿ ਕੀ ਹੋਣਾ ਹੈ ਗੁਰੂ ਘਰ ਦੇ ਵਿੱਚ। ਪਰ ਹੁਣ ਜਦੋਂ ਵੇਖਦੇ ਨੇ ਕਿ ਉਹਨਾਂ ਦੇ ਘਰ ਔਲਾਦ ਨਹੀਂ, ਝੂਠੀ ਖੁਸ਼ੀ ਜਿਹਨੂੰ ਕਹਿ ਲਓ ਕਿ ਝੂਠੀ ਖੁਸ਼ੀ ਜਿਹੜੀ ਹੈ ਆਪਸ ਵਿੱਚ ਕਰਦੇ ਹਨ, ਬੜੇ ਖੁਸ਼ ਹੁੰਦੇ ਨੇ ਕਿ ਅਸੀਂ ਵਾਰਸ ਬਣਾਂਗੇ। ਜਿਵੇਂ ਹੁਣ ਇਹਨਾਂ ਦੇ ਕੋਲ ਸੰਗਤਾਂ ਆਉਂਦੀਆਂ ਨੇ, ਬੇਅੰਤ ਭੇਟਾਵਾਂ ਅਰਪਣ ਕਰਦੀਆਂ ਹਨ। ਜਦੋਂ ਇਹ ਚੜ੍ਹਾਈ ਕਰ ਗਏ ਉਸ ਤੋਂ ਬਾਅਦ ਸਾਡੀ ਇਸ ਤਰ੍ਹਾਂ ਪੂਜਾ ਹੋਣੀ ਹੈ। ਸੋ ਆਓ ਬੜੇ ਪ੍ਰੇਮ ਦੇ ਨਾਲ, ਜਿਵੇਂ ਇਹ ਕਥਾ ਵਿਚਾਰ ਅੱਗੇ ਆ ਰਹੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਇੱਥੋਂ ਤੱਕ ਇਹ ਕਥਾ ਵਿਚਾਰ ਸਰਵਣ ਕੀਤੀ ਸੀ। ਕਿਵੇਂ ਹੁਣ ਜਿਹੜੀ ਪ੍ਰਿਥੀ ਚੰਦ ਦੀ ਦਾਸੀ ਹੈ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਾਸੀ ਨੂੰ ਕਿਵੇਂ ਗੱਲਾਂ ਇਹ ਕਰਨੀਆਂ ਹਨ, ਉਹ ਆਓ ਆਪਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਾਸੀ ਪ੍ਰਿਥੀਏ ਕੀ ਸੁਨਤ, ਦੰਪਤ ਕੇ ਸੁਨ ਬੈਨ। ਦੰਪਤ ਕਹਿੰਦੇ ਨੇ ਦੋਹਾਂ ਜੀਵਾਂ ਦੇ, ਪ੍ਰਿਥੀ ਚੰਦ ਤੇ ਉਹਦੀ ਘਰ ਵਾਲੀ ਕਰਮੋ, ਇਹਨਾਂ ਦੋਹਾਂ ਦੀਆਂ ਗੱਲਾਂ ਸੁਣ ਕੇ ਤੇ ਜਿਹੜੀ ਇਹਨਾਂ ਦੀ ਦਾਸੀ ਹੈ ਉਹਨੇ ਇਹ ਸਾਰੀਆਂ ਗੱਲਾਂ ਉਹ ਸੁਣੀਆਂ ਜਿਵੇਂ ਜਿਵੇਂ ਗੱਲਾਂ ਕਰਦੇ ਸੀ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਪੁੱਤਰ ਨਹੀਂ, ਇਹ ਐਸੀਆਂ ਗੱਲਾਂ ਕਰਕੇ ਤੇ ਆਪਣੇ ਮਨ ਦੇ ਵਿੱਚ ਬੜੇ ਖੁਸ਼ ਹੁੰਦੇ ਹਨ। ਉਹ ਸਾਰੀਆਂ ਗੱਲਾਂ ਸੁਣ ਲਈਆਂ, ਮਨ ਪ੍ਰਸੰਨ ਅਤਿ ਹੀ ਭਈ, ਕਰ ਵਿਚਾਰ ਦਿਨ ਰਹਿਣ। ਤੇ ਮਨ ਦੇ ਵਿੱਚ ਕਹਿੰਦੇ ਕਿ ਬੜੀ ਇਹ ਖੁਸ਼ ਹੋਈ ਹੈ, ਦਿਨ ਰਾਤ
ਇਹ ਵਿਚਾਰਾਂ ਕਰਦੇ ਨੇ। ਦਾਸੀ ਵੀ ਬੜੀ ਖੁਸ਼ ਹੋਈ ਹੈ, ਕਿਉਂਕਿ ਉਹਨੂੰ ਵੀ ਚਾਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਿਥੀ ਚੰਦ ਦੀ ਦਾਸੀ ਹੈ ਕਿ ਇਹ ਪ੍ਰਿਥੀ ਚੰਦ ਇਹਨਾਂ ਦਾ ਪੁੱਤਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਦਾ ਮਾਲਕ ਬਣੇਗਾ। ਸ੍ਰੀ ਗੁਰ ਅਰਜਨ ਕੀ ਹੋਤੀ ਇੱਕ ਦਾਸੀ ਬੁੱਧਵਾਨ। ਹੁਣ ਦੂਸਰੇ ਪਾਸੇ ਕਵੀ ਜੀ ਕਹਿੰਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਜੋ ਦਾਸੀ ਹੈ ਬੜੀ ਸਿਆਣੀ ਹੈ, ਬੁੱਧੀਵਾਨ ਹੈ। ਤੇ ਸੋ ਕਯੋ ਪ੍ਰਸੰਗ ਸਭ ਜਿਤਨੋ ਕੀਨ ਬਖਾਨ। ਜਿੰਨਾ ਉਹਨੇ ਪ੍ਰਸੰਗ ਸੁਣਿਆ ਸੀ ਨਾ ਪ੍ਰਿਥੀ ਚੰਦ ਦੀ ਦਾਸੀ ਨੇ, ਉਹ ਸਾਰਾ ਖੁਸ਼ੀ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਇਹ ਨਹੀਂ ਕਿ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਪ੍ਰਿਥੀ ਚੰਦ ਨੇ ਆਖਿਆ, ਉਹ ਆਪਦੇ ਵੱਲੋਂ ਖੁਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਾਦੇਵ ਨੇ ਗੁਰਤਾ ਗੱਦੀ ਦਾ ਵਾਰਸ ਬਣਨਾ ਹੈ। ਪ੍ਰਿਥੀ ਚੰਦ ਦੀ ਇਹਦੀ ਘਰ ਵਾਲੇ ਦੀ ਪੂਜਾ ਹੋਣੀ ਹੈ। ਜਿਵੇਂ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੀ ਪੂਜਾ ਹੋ ਰਹੀ ਹੈ, ਇਸ ਤਰ੍ਹਾਂ ਸਾਡੀ ਮੰਨਤ ਮਨੌਤ ਉਹ ਹੋਵੇਗੀ। ਉਹ ਸਾਰਾ ਕੁਝ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਇਹਨਾਂ ਨੇ ਗੱਲਾਂ ਕੀਤੀਆਂ। ਸਗਲ ਪਦਾਰਥ ਹਮਲ ਹੈ ਜਬ ਗੁਰ ਅੰਮ੍ਰਿਤ ਕੋ ਪਾਏ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਇਸ ਤਰ੍ਹਾਂ ਉਹਨਾਂ ਗੱਲਾਂ ਕੀਤੀਆਂ ਦੋਹਾਂ ਜੀਵਾਂ ਨੇ, ਪ੍ਰਿਥੀ ਚੰਦ ਨੇ ਤੇ ਉਹਦੀ ਘਰ ਵਾਲੀ ਨੇ, ਕਿ ਜਦੋਂ ਇਹ ਗੁਰੂ ਅਰਜਨ ਦੇਵ ਤੇ ਇਹਨਾਂ ਦੀ ਜੋ ਘਰ ਵਾਲੀ ਹੈ ਮਾਤਾ ਗੰਗਾ ਜੀ ਉਹ ਚੜ੍ਹਾਈ ਕਰ ਜਾਣਗੇ ਤੇ ਸਾਰੇ ਪਦਾਰਥ ਸਭ ਕੁਝ ਸਾਡੇ ਕੋਲ ਆ ਜਾਣਾ। ਗੁਰ ਆਏ ਕੋਲ ਹੈ ਤਬ ਚਿੰਤਾ ਕਰੋ ਨਾ ਕਾਏ। ਇਹ ਇਹਨਾਂ ਨੇ ਗੱਲਾਂ ਕੀਤੀਆਂ। ਪ੍ਰਿਥੀ ਚੰਦ ਕਰਮੋਂ ਨੂੰ ਕਹਿੰਦਾ ਕਿ ਤੂੰ ਚਿੰਤਾ ਨਾ ਕਰ, ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਸਾਨੂੰ ਪ੍ਰਾਪਤ ਹੋਵੇਗੀ। ਹੋਣਹਾਰ ਨਿਸ਼ਚੈ ਇਹ ਜਾਣੀ ਜਾਤ ਸੋ ਬਾਤ। ਇਹ ਗੱਲ ਪੱਕੀ ਹੈ। ਦਾਸੀ ਵੀ ਕਹਿੰਦੀ ਹੈ ਕਿ ਵਾਕਿਆ ਹੀ ਇਹ ਗੱਲ ਪੱਕੀ, ਜਿਹੜੀ ਗੱਲ ਉਹਨਾਂ ਦੋਵਾਂ ਜੀਆਂ ਨੇ ਕੀਤੀ ਆ ਨਾ ਪ੍ਰਿਥੀ ਚੰਦ ਤੇ ਕਰਮੋਂ ਨੇ, ਇਹ ਪੱਕੀ ਹੈ। ਕਿਉਂ? ਕਿਉਂਕਿ ਇਹਨਾਂ ਦੇ ਘਰ ਔਲਾਦ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਵਾਰਸ ਬਣਨਾ ਹੈ। ਬੀਤੇ ਸੰਮਤ ਬਹੁਤ ਹੀ ਨਹਿ ਜਨਮ ਗ੍ਰਹਿਤਾਤ। ਸੋ ਕਈ ਸਾਲ ਬਤੀਤ ਹੋ ਗਏ। ਕਵੀ ਜੀ ਕਹਿੰਦੇ ਬਹੁਤ ਸਮਾਂ ਬਤੀਤ ਹੋ ਗਿਆ ਤੇ ਘਰ ਦੇ ਵਿੱਚ ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿੱਚ ਅਜੇ ਪੁੱਤਰ ਨੇ ਜਨਮ ਨਹੀਂ ਲਿਆ। ਜਾਂ ਤੇ ਮਾਲਕ ਹੀ ਹੈ ਗੁਰਤਾ ਜੋਤ ਘਰ-ਬਾਰ। ਸੋ ਤਾਂ ਕਰਕੇ ਹੁਣ ਦਾਸੀ ਵੀ ਵਾਰ-ਵਾਰ ਇਹ ਦੂਸਰੀ ਦਾਸੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਦਾਸੀ ਹੈ ਸਿਆਣੀ ਹੈ, ਬੁੱਧਵਾਨ ਹੈ, ਉਹਨੂੰ ਵਾਰ-ਵਾਰ ਕਹਿੰਦੀ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਸਾਡੇ ਕੋਲ ਆ ਜਾਣਾ। ਨਹਿ ਆਪਨ ਕੋ ਪ੍ਰਾਪਤੀ ਦੇਖੋ ਹਿਰਦੈ ਵਿਚਾਰ। ਕਿ ਤੂੰ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਹੀ ਵਿਚਾਰ ਕਰ ਲੈ ਕਿ ਇਹ ਵਸਤੂਆਂ ਜਿਹੜੀਆਂ ਹਨ ਕਿਸੇ ਹੋਰ ਨੂੰ ਵੀ ਪ੍ਰਾਪਤ ਨਹੀਂ ਹੋਣੀਆਂ। ਗੁਰਦਾਸੀ ਸੁਣ ਬੈਨ ਨੈਣ ਭਰੇ ਜਲ ਕਹਿਤ ਇਮ। ਤੇ ਜਦੋਂ ਫਿਰ ਇਸ ਤਰ੍ਹਾਂ ਪ੍ਰਿਥੀ ਚੰਦ ਦੀ ਦਾਸੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਾਸੀ ਦੇ ਨਾਲ ਇਹ ਗੱਲਾਂ ਕੀਤੀਆਂ ਤੇ ਉਹਦਾ ਮਨ ਭਰ ਆਇਆ, ਅੱਖਾਂ ਦੇ ਵਿੱਚ ਨੀਰ ਉਹ ਵਹਿ ਤੁਰਿਆ। ਦੇ ਪ੍ਰਭ ਸੁਤ ਗੁਰ ਐਨ ਗੁਰਤਾ ਇਨ ਕੇ ਹੋਏ ਕਿਮ। ਤੇ ਅਕਾਲ ਪੁਰਖ ਵਾਹਿਗੁਰੂ ਦੇ ਹਾਜ਼ੂਰ ਬੇਨਤੀ ਕੀਤੀ ਹੈ ਸਤਿਗੁਰਾਂ ਦੀ ਦਾਸੀ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਕਿਰਪਾ ਕਰੋ, ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੋ ਤੇ ਗੁਰਤਾ ਗੱਦੀ ਇਹ ਪ੍ਰਿਥੀ ਚੰਦ ਨੂੰ ਕਿਵੇਂ ਮਿਲ ਸਕਦੀ ਹੈ? ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕਦੇ ਵਾਸਤੇ ਨਹੀਂ ਹੋ ਸਕਦਾ। ਅਜ ਹੋਣਾ ਜਰਾ ਅਰੂੜ ਦੰਪਤ ਕੀ ਬੈ ਹੈ ਤਾਰਨ। ਕਿਉਂਕਿ ਹਾਲੇ ਤਾਂ ਸਾਡੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਕਾਰਯੋਗ ਮਾਤਾ ਗੰਗਾ ਜੀ, ਅਜੇ ਇਹਨਾਂ ਦੇ ਬੁਢੇਪਾ ਨਹੀਂ ਆਇਆ, ਜਵਾਨੀ ਅਵਸਥਾ ਹੈ, ਤੇ ਫਿਰ ਇਹ ਕਿਵੇਂ ਸੰਸਾਰ ਦੇ ਵਿੱਚੋਂ? ਇਸ ਕਰਕੇ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਉਹ ਹੋਣਾ ਚਾਹੀਦਾ ਹੈ। ਮਤ ਸਰ ਅਗਨੀ ਗੂੜ ਜਰਤ ਮਰਤ ਕਹਿ ਦੁਰਬਚਨ। ਦੂਸਰੇ ਪਾਸੇ ਆਖਿਆ ਕਿ ਜਿਹੜੇ ਪ੍ਰਿਥੀ ਚੰਦ ਤੇ ਕਰਮਵਾਨਾ ਕਿਉਂ ਉਹ ਸੜਦੇ ਨੇ, ਉਹਨਾਂ ਦੇ ਮਨ ਦੇ ਵਿੱਚ ਸਾੜਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨੂੰ ਵੇਖਦਿਆਂ ਹੋਇਆਂ, ਗੁਰੂ ਘਰ ਦੀ ਵਡਿਆਈ ਨੂੰ ਵੇਖਦਿਆਂ ਹੋਇਆਂ ਸੜਦੇ ਪਏ ਨੇ। ਇਸ ਕਰਕੇ ਉਹਨਾਂ ਇਹ ਬਚਨ, ਖੋਟੇ ਬਚਨ ਜਿਹੜੇ ਹਨ ਕਹਿਣਾ ਕੀਤੇ। ਬਸ ਹੈ ਗੁਰੂ ਕੇ ਧਾਮ ਇਹ ਉਜਰੈ ਜਗ ਫਿਰਹਿਗੇ। ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨਾ ਕਿ ਇਹਨਾਂ ਨੇ ਚਲੇ ਜਾਣਾ ਸੰਸਾਰ ਦੇ ਵਿੱਚੋਂ, ਚੜ੍ਹਾਈ ਕਰ ਜਾਣਾ ਹੈ, ਇਹਨਾਂ ਦੇ ਘਰ ਪੁੱਤਰ ਨਹੀਂ, ਬਾਅਦ ਵਿੱਚ ਇਹਨਾਂ ਦਾ ਜਸ ਕਿੰਨੇ ਗਾਉਣਾ, ਇਹਨਾਂ ਦੀ ਵਡਿਆਈ ਕਿਹਨਾਂ ਨੇ ਕਰਨੀ ਹੈ, ਗੁਰਤਾ ਗੱਦੀ ਸਾਡੇ ਕੋਲ ਆ ਜਾਣੀ ਹੈ। ਪਰ ਉਹ ਦਾਸੀ ਕਹਿੰਦੀ ਹੈ ਕਿ ਨਹੀਂ, ਜਿਹੜਾ ਗੁਰੂ ਘਰ ਹੈ ਉਹ ਸਦਾ ਹੀ ਵਸਦਾ ਰਹੇਗਾ, ਗੁਰੂ ਘਰ ਕਦੇ ਉਜੜੇਗਾ ਨਹੀਂ।
ਉਜਰੇ ਜਗ ਫਿਰਹਾਂਗੇ। ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਸਾਰ ਦੇ ਵਿੱਚ ਉਜੜਦੇ ਫਿਰਨ। ਸੁਤ ਜਨਮ ਹੈ ਅਬਿਰਾਮ ਜਿਸ ਹੇਰ ਤੇਰੇ ਪੜ ਰਹੇਂਗੇ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਵੇਖੋ ਦਾਸੀ ਨੂੰ ਕਿੰਨਾ ਯਕੀਨ ਹੈ। ਕਿਉਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਪੂਰਨ ਭਰੋਸਾ ਹੈ। ਉਹੀ ਬਚਨ ਕਰੀ ਜਾਂਦੀ ਹੈ, ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਘਰ ਜ਼ਰੂਰ ਪੁੱਤਰ ਪੈਦਾ ਹੋਵੇਗਾ। ਔਰ ਇਸੇ ਤਰੀਕੇ ਦੇ ਨਾਲ ਹੀ ਇਹਨਾਂ ਦੀ ਜਸ ਵਡਿਆਈ ਉਹ ਸੋਭਾ ਸਾਰੇ ਸੰਸਾਰ ਦੇ ਵਿੱਚ ਹੋਵੇਗੀ। ਜਿਹੜੇ ਦੁਸ਼ਮਣ ਨੇ ਮਨ ਦੇ ਵਿੱਚ ਈਰਖਾ ਕਰਦੇ ਨੇ ਉਹ ਸਾਰੇ ਹੀ ਡਰਨਗੇ। ਮਿਲ ਦਾਸੀ ਇਮ ਦੋਏ ਨਿਜ ਨਿਜ ਪਖ ਕੀ ਬਾਤ ਕਰ। ਇਹ ਦੋਵੇਂ ਹੀ ਦਾਸੀਆਂ ਮਿਲ ਕੇ ਪ੍ਰਿਥੀ ਚੰਦ ਦੀ ਦਾਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਾਸੀ ਮਿਲ ਕੇ ਤੇ ਆਪਸ ਵਿੱਚ ਇਹ ਗੱਲਾਂ ਬਾਤਾਂ ਕਰਦੀਆਂ। ਆਪਣੇ ਮੰਦਰ ਸੋਏ ਗਮਨੀ ਚਿੰਤਾ ਹਿਰਦੈ ਧਰ। ਫਿਰ ਜਿਹੜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਾਸੀ ਹੈ ਉਹਨੇ ਹੁਣ ਮਨ ਦੇ ਵਿੱਚ ਥੋੜੀ ਕੁ ਚਿੰਤਾ ਤਾਂ ਕੀਤੀ ਆ ਨਾ, ਕਿਉਂਕਿ ਆਹ ਗੱਲਾਂ ਜਿਹੜੀਆਂ ਸੀ ਇਹ ਸਾਨੂੰ ਸੁਣਨੀਆਂ ਪਈਆਂ ਹਨ। ਪ੍ਰਿਥੀ ਚੰਦ ਤੇ ਕਰਮੋਂ ਨੇ ਇਹ ਗੱਲਾਂ ਕੀਤੀਆਂ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਪੁੱਤਰ ਨਹੀਂ ਹੈ। ਗੁਰ ਅਰਜਨ ਕੇ ਧਾਮ ਆਨ ਸੁਨਾਈ ਤਰਕ ਜੁਤ। ਸੋ ਅਗਲੇ ਦਿਨ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਸਤਿਗੁਰਾਂ ਦੀ ਦਾਸੀ ਨੇ ਉਹ ਗੱਲਾਂ ਜਿਹੜੀਆਂ ਦੂਸਰੀ ਦਾਸੀ ਨੇ ਆਖੀਆਂ ਸੀ ਉਹ ਸਾਰੀਆਂ ਦੱਸ ਦਿੱਤੀਆਂ। ਇਮ ਪ੍ਰਿਥਵੀ ਕੀ ਬਾਮ ਬੁਰਾ ਚਿਤ ਹੈ ਕਿਮ ਹੋਏ ਨਾ ਸੁਤ। ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖੋ ਤੁਹਾਡਾ ਵੱਡਾ ਭਰਾ ਜਿਹੜਾ ਹੈ ਔਰ ਉਹਦੀ ਘਰ ਵਾਲੀ ਕਿਸ ਤਰ੍ਹਾਂ ਆਪਣੇ ਮਨ ਦੇ ਵਿੱਚ ਈਰਖਾਬਾਜ਼ੀ ਕਰਦੀਆਂ ਨੇ, ਕਿਹੋ ਜੀਆਂ ਉਹ ਗੱਲਾਂ ਕਰਦੇ ਪਏ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਹੈ। ਸਬਰਿਓ ਸੁਣੇ ਪ੍ਰਸੰਗ ਤਿਨ ਕੀ ਦਾਸੀ ਨੇ ਭਨਿਓ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਦਾਸੀ ਜਿਹੜੀ ਆ ਨਾ ਉਹਨੇ ਆਪ ਆ ਕੇ ਖੁਦ ਮੇਰੇ ਕੋਲ ਇਹ ਗੱਲਾਂ ਕੀਤੀਆਂ ਨੇ। ਇਸ ਤਰ੍ਹਾਂ ਨਹੀਂ ਕਿ ਕਿਸੇ ਹੋਰ ਤੋਂ ਸੁਣੀਆਂ ਹੋਣ। ਉਹਨਾਂ ਦੀ ਦਾਸੀ ਨੇ ਆ ਕੇ ਤੇ ਖੁਦ ਆਖਿਆ ਕਿ ਕੱਲ ਉਹਨਾਂ ਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਆਪਸ ਵਿੱਚ ਮਿਲ ਕੇ। ਭਈ ਹਰਖ ਕੇ ਸੰਗ ਮੈਂ ਦੁਖ ਪਾਵਤ ਸਿਰ ਧੁਨਿਓ। ਸੋ ਉਹ ਇਸ ਤਰ੍ਹਾਂ ਬੜੀ ਖੁਸ਼ ਹੋਈ ਹੈ। ਜਿਹੜੀ ਉਹਨਾਂ ਦੀ ਦਾਸੀ ਸੀ ਨਾ ਮਨ ਦੇ ਵਿੱਚ ਬੜੀ ਖੁਸ਼ ਹੈ, ਖੁਸ਼ੀ ਧਾਰਨ ਕੀਤੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਦੇ ਵਿੱਚ ਇਹ ਗੱਲਾਂ ਸੁਣ ਕੇ ਤੇ ਬੜਾ ਦੁੱਖ ਹੋਇਆ ਹੈ ਜੀ। ਕਬਿਤ ਸੁਣਿਓ ਸ਼ਰੋਣ ਗੰਗ ਤਾਤ ਕਾਲ ਚਿਤ ਭਾਈ ਭੰਗ। ਤੇ ਜਦੋਂ ਇਹ ਕਿਉਂਕਿ ਜਦੋਂ ਦਾਸੀ ਨੇ ਆ ਕੇ ਹੁਣ ਗੱਲਾਂ ਕੀਤੀਆਂ ਹਨ, ਸਾਰਾ ਪ੍ਰਸੰਗ ਦੱਸਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਤੇ ਮਾਤਾ ਗੰਗਾ ਜੀ ਵੀ ਕੋਲੇ ਸੀ, ਉਹਨਾਂ ਨੇ ਵੀ ਆਪਣੇ ਕੰਨਾਂ ਦੇ ਨਾਲ ਸੁਣ ਲਿਆ। ਲੇਤ ਸਵਾਸ ਦੁਖ ਸੰਗ ਸੋਚਨ ਕੋ ਸੋਚਤੀ। ਸੋ ਬੜੇ ਦੁਖੀ ਹੋਏ ਨੇ ਜਦੋਂ ਇਹ ਗੱਲ ਸੁਣੀ ਹੈ। ਸਵਾਸ ਲੈਂਦੇ ਹਨ ਦੁਖੀ ਹੋ ਕੇ ਤੇ ਕਈ ਪ੍ਰਕਾਰ ਦੀਆਂ ਸੋਚਣੀਆਂ ਮਨ ਦੇ ਵਿੱਚ ਚਿਤਵਨੀਆਂ ਉਹ ਕੀਤੀਆਂ। ਆਨੰਦ ਤੇ ਬਿਲੰਦ ਹੀ ਆਨੰਦ ਹੋਤ ਬ੍ਰਿੰਦ ਵਿੱਚ। ਕੀ ਗੱਲਾਂ ਕਰਦੇ ਨੇ ਮਾਤਾ ਗੰਗਾ ਜੀ ਕਹਿਣ ਲੱਗੇ ਪੁੱਤਰ ਜੇ ਘਰ ਦੇ ਵਿੱਚ ਪੁੱਤਰ ਹੋਵੇਗਾ ਫਿਰ ਹੀ ਘਰ ਜਿਹੜਾ ਹੈ ਬੜਾ ਜੀਵਨ ਕਹਿ ਲਓ, ਘਰ ਦੇ ਵਿੱਚ ਖੁਸ਼ੀਆਂ ਹਨ। ਸਾਡਾ ਜੀਵਨ ਜਿਹੜਾ ਹੈ ਬੜੇ ਆਨੰਦ ਦੇ ਨਾਲ ਉਹ ਇਸ ਤਰ੍ਹਾਂ ਇਹ ਜੀਵਨ ਜਿਹੜਾ ਹੈ ਉਹ ਆਨੰਦ ਦੇ ਵਿੱਚ ਬਤੀਤ ਹੋਵੇਗਾ। ਆਨੰਦਹੀਨ ਮੈਂ ਹਾਂ ਕਹਿ ਆਸਮਾਨ ਕੋ ਮੋਚਤੀ। ਪਰ ਮੈਂ ਤਾਂ ਪੁੱਤਰਹੀਨ ਹਾਂ, ਮੇਰੇ ਘਰ ਦੇ ਵਿੱਚ ਔਲਾਦ ਨਹੀਂ, ਮੇਰੇ ਘਰ ਦੇ ਵਿੱਚ ਪੁੱਤਰ ਨਹੀਂ ਹੈ। ਇਸ ਕਰਕੇ ਮਾਤਾ ਗੰਗਾ ਜੀ ਆਪਣੀਆਂ ਅੱਖੀਆਂ ਦੇ ਵਿੱਚੋਂ ਹੰਝੂ ਕੇਰਦੇ ਨੇ। ਹਮਰੇ ਸ਼ਰੀਕ ਨਿਤ ਮ੍ਰਿਤ ਕੀ ਉਡੀਕ ਕਰੇ। ਵੇਖੋ ਸਾਡੇ ਸ਼ਰੀਕ ਜਿਹੜੇ ਨੇ ਪ੍ਰਿਥੀ ਚੰਦ ਕਰਮੋਂ ਉਹ ਸਦਾ ਹੀ ਕੀ ਗੱਲਾਂ ਕਰਦੇ ਨੇ, ਕਦੋਂ ਇਹ ਚੜ੍ਹਾਈ ਕਰਨ, ਕਦੋਂ ਸੰਸਾਰ ਦੇ ਵਿੱਚੋਂ ਜਾਣ। ਤਾ ਕੀਤੀ ਸਗਰੇ ਪਦਾਰਥ ਕੋ ਲੋਚਤੀ। ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋਂ ਉਹ ਸਾਡੇ ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ। ਐਸੇ ਮਨ ਗਿਣਤੀ ਗਿਣਤ ਬਿਨੇ ਨਿਸ ਦਿਨ। ਸੋ ਇਸ ਤਰ੍ਹਾਂ ਗਿਣਤੀਆਂ ਗਿਣਦਿਆਂ ਹੋਇਆਂ ਵਿਚਾਰਾਂ ਕਰਦਿਆਂ ਹੋਇਆਂ ਰਾਤ ਉਹ ਮਾਤਾ ਗੰਗਾ ਜੀ ਨੇ ਬਤੀਤ ਕੀਤੀ। ਨੇਕੋ ਖਾਣ ਪਾਨ ਚੀਰ ਭੂਖਣ ਨਾ ਰੋਚਤੀ। ਸੋ ਜਿਹੜਾ ਚੰਗਾ ਖਾਣ ਪਾਣ ਚੰਗੇ ਗਹਿਣੇ ਪਹਿਨਦੇ ਸਨ ਸੋ ਭੋਜਨ ਪਦਾਰਥ ਛਕਦੇ ਸੀ, ਪਰ ਅੱਜ ਉਹ ਭੋਜਨ ਜਿਹੜਾ ਹੈ ਉਹ ਚੰਗਾ ਨਹੀਂ ਲੱਗਦਾ ਪਿਆ ਵੀ। ਉਹ ਮਨ ਦੇ ਵਿੱਚ ਵਿਚਾਰਾਂ ਕਰਦੇ ਨੇ ਕਿ
ਇਹ ਸਾਰਾ ਕੁਝ ਹੀ ਖਤਮ ਹੋ ਜਾਵੇਗਾ ਹੁਣ। ਸਮੈ ਪਾਏ ਸਤਿਗੁਰੂ ਆਏ ਨਿਜ ਮੰਦਰ ਮੈਂ। ਸੋ ਅਗਲੇ ਦਿਨ ਕੀ ਹੋਇਆ ਕਿ ਸਮਾਂ ਪਾ ਕੇ ਜਦ ਵੇਖਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਕੀਆਂ ਸੰਗਤਾਂ ਨੇ ਜਦੋਂ ਨਮਸਕਾਰਾਂ ਕੀਤੀਆਂ ਹਨ, ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰਦੇ ਨੇ, ਹਾਜ਼ੂਰ ਸੰਗਤਾਂ ਨੂੰ ਦਰਸ਼ਨ ਦੇ ਕੇ ਸ਼ੁਭ ਉਪਦੇਸ਼ ਦੇ ਕੇ ਤੇ ਜਦੋਂ ਮਹਿਲਾਂ ਦੇ ਵਿੱਚ ਆਏ, ਸੁੰਦਰ ਪਰਯੰਕ ਪੈ ਬਿਰਾਜੇ ਮਨ ਸ਼ਾਂਤ ਹੈ। ਮਨ ਨੂੰ ਸ਼ਾਂਤੀ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਪਲੰਘੇ ਦੇ ਉੱਪਰ ਆ ਕੇ ਬੈਠ ਗਏ। ਗੰਗਾ ਉਠੀ ਹੇਰ ਕਰ ਹੱਥ ਜੋੜ ਨੇਰ ਕਰ। ਮਾਤਾ ਗੰਗਾ ਜੀ ਨੇੜੇ ਆ ਕੇ ਸਤਿਗੁਰਾਂ ਦੇ ਮਹਿਲ ਸਤਿਕਾਰਯੋਗ ਹੱਥ ਜੋੜੇ ਨੇ, ਉੱਠ ਕਰਕੇ ਨੇੜੇ ਆਏ ਹਨ ਤੇ ਬੇਨਤੀ ਕੀਤੀ ਹੈ। ਕਰੀ ਹੋਏ ਬੇਨਤੀ ਸੁਣਾਈ ਹਿਤ ਤਾਤ ਹੈ। ਉਸੇ ਵਕਤ ਹੀ ਆ ਕੇ ਤੇ ਫਿਰ ਬੇਨਤੀ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਕਰਬੋ ਗ੍ਰਹਿਤ ਸੁਠ ਸਦਨ ਸਮਾਨ ਜਾਨੋ। ਸੇ ਕਹਿਣ ਲੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਕਿਉਂਕਿ ਲੋਕਾਂ ਦੀਆਂ ਸ਼ਰੀਕ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਤੇ ਇਹ ਗ੍ਰਸਤੀ ਜੀਵਨ ਜਿਹੜਾ ਹੈ ਪੁੱਤਰ ਤੋਂ ਬਿਨਾਂ ਮੰਨ ਲਓ ਹੁਣ ਸਾਨੂੰ ਸੁਣਿਆ ਹੀ ਲੱਗਦਾ ਪਿਆ ਹੈ। ਉਪਜੈ ਸਪੂਤ ਇਹ ਦੀਪਕ ਕੀ ਭਾਂਤ ਹੈ। ਜਿਹੜਾ ਘਰ ਦੇ ਵਿੱਚ ਪੁੱਤਰ ਹੋਣਾ ਨਾ, ਇਹ ਸਮਝ ਲਓ ਕਿ ਇੱਕ ਦੀਵੇ ਦੇ ਵਾਂਗ ਹੈ। ਜਿਵੇਂ ਦੀਵਾ ਜਗ ਪਿਆ, ਪ੍ਰਕਾਸ਼ ਹੋ ਗਿਆ, ਪੁੱਤਰ ਪੈਦਾ ਹੋ ਗਿਆ, ਸਾਰੇ ਪਾਸੇ ਖੁਸ਼ੀ ਖੁਸ਼ੀ ਹੈ, ਖੇੜੇ ਹਨ, ਪਰ ਪੁੱਤਰ ਤੋਂ ਬਿਨਾਂ ਇਹ ਘਰ ਮੈਨੂੰ ਸੁੰਨਾ ਲੱਗਦਾ ਪਿਆ ਹੁਣ। ਨਾਹੀਂ ਤਾਂ ਅੰਧੇਰ ਹੋਤ ਦੁੱਖ ਕੋ ਉਦੋਤ ਨਿਤ। ਨਹੀਂ ਤਾਂ ਸਾਰੇ ਪਾਸੇ ਹਨੇਰਾ ਹੀ ਹਨੇਰਾ ਹੈ, ਸਦਾ ਹੀ ਦੁੱਖਾਂ ਦੇ ਵਿੱਚ ਉਦੋਤ ਨਿਤ ਵਾਧਾ ਹੁੰਦਾ ਜਾ ਰਿਹਾ ਹੈ, ਦੁੱਖ ਜਿਹੜੇ ਨੇ ਉਹ ਵਧਦੇ ਜਾ ਰਹੇ ਨੇ। ਲੋਕ ਪਰਲੋਕ ਮੈਂ ਨਾ ਸ਼ੋਭਾ ਉਪਜਾਤ ਹੈ। ਸੋ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਕਦੇ ਵੀ ਸ਼ੋਭਾ ਨਹੀਂ ਹੋਵੇਗੀ। ਆਪ ਸਰਬੱਗਿਆ ਕਿਆ ਮੈਂ ਕਹੂੰ ਅਲਭਾਗਿਆ ਮਨ। ਸਤਿਗੁਰੂ ਸੱਚੇ ਪਾਤਸ਼ਾਹ ਆਪ ਤਾਂ ਸਮਰੱਥ ਹੋ, ਕਿਉਂਕਿ ਬੇਅੰਤ ਗੁਰੂ ਕੀਆਂ ਸੰਗਤਾਂ ਆ ਕੇ ਤੁਹਾਨੂੰ ਨਮਸਕਾਰਾਂ ਕਰਦੀਆਂ ਨੇ। ਜਿਨ੍ਹਾਂ ਨੇ ਵੀ ਨਮਸਕਾਰਾਂ ਕੀਤੀਆਂ, ਜੋ ਜੋ ਉਹਨਾਂ ਦੇ ਮਨ ਦੀ ਵਿਚਾਰ ਸੀ, ਜੋ ਭਾਵਨਾ ਸੀ, ਤੁਸਾਂ ਨੇ ਪੂਰੀ ਕੀਤੀ ਹੈ। ਮਹਾਰਾਜ ਅਸੀਂ ਤਾਂ ਅਲਪੱਗ ਜੀਵਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਕਰਨ ਕਾਰਨ ਸਮਰੱਥ ਹੋ। ਕਉ ਨਿਜ ਦੁੱਖ ਕੋ ਸੁਨਾਮ ਮਹਾਦੀਨ ਹੋਏ। ਕਿਉਂਕਿ ਤੁਸੀਂ ਅੰਤਰਜਾਮੀ ਹੋ, ਘਟ ਘਟ ਕੇ ਅੰਤਰ ਕੀ ਜਾਣ ਤੁਹਾਨੂੰ ਪਤਾ ਹੈ ਮੈਂ ਤੁਹਾਡੇ ਕੋਲ ਕਿਉਂ ਆਈ ਆ, ਕਿਉਂ ਤੁਹਾਡੇ ਨਾਲ ਬਚਨ ਕਰਨ ਲੱਗੀ ਆ, ਇਹ ਸਭ ਕੁਝ ਤੁਸੀਂ ਜਾਣਦੇ ਹੋ। ਪਰ ਫਿਰ ਵੀ ਮੇਰੀ ਬੇਨਤੀ ਕਰਨੀ ਇਹ ਤੁਹਾਡੇ ਪਾਸ ਬਣਦੀ ਹੈ। ਭਰਾਵਰੇ ਸਹੋਦਰ ਨੇ ਆਪਣੀ ਕ੍ਰਿਸ਼ੋਦੋਦਰੀ ਸੋ ਇਸ ਤਰੀਕੇ ਦੇ ਨਾਲ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਵੱਡੇ ਭਰਾ ਪ੍ਰਿਥੀ ਚੰਦ, ਉਹਨੇ ਆਪਣੀ ਘਰ ਵਾਲੀ ਕਰਮੋਂ ਦੇ ਨਾਲ ਭਨਿਓ ਜੈਮ ਸੁਣਿਓ ਤਿਮ ਦਾਸੀ ਸੁਨਿਆਈ ਸੋਏ। ਜਿਹੜੀ ਦਾਸੀ ਆ ਨਾ ਆਪਣੀ, ਜੋ ਜੋ ਗੱਲਾਂ ਉਹਨਾਂ ਨੇ ਕੀਤੀਆਂ ਉਹਨਾਂ ਦੀ ਦਾਸੀ ਨੇ ਸੁਣੀਆਂ ਤੇ ਉਹਨੇ ਆ ਕੇ ਫਿਰ ਆਪਣੀ ਦਾਸੀ ਦੇ ਕੋਲ ਕੀਤੀਆਂ। ਪੁੱਤਰ ਹੋਏ ਨਾ ਤਿੰਨ ਘਰ ਪਿਛੇ ਹਮ ਬਨੈ ਗੁਰ। ਕੀ ਗੱਲਾਂ ਕੀਤੀਆਂ ਮਹਾਰਾਜ, ਇਹਨਾਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਹੋਵੇਗਾ, ਇਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਅਸੀਂ ਗੁਰੂ ਬਣਨਾ ਹੈ। ਸਗਰੇ ਪਦਾਰਥ ਕੋ ਲਹਿ ਰਾਮਣੀਕ ਜੋਏ। ਸੌਖੇ ਹੀ ਤਰੀਕੇ ਦੇ ਨਾਲ ਉਹ ਸਾਰੇ ਜਿਹੜੇ ਜਿਹੜੇ ਪਦਾਰਥ ਇਹਨਾਂ ਦੇ ਕੋਲ ਆ ਨਾ, ਕੀਮਤੀ ਦਸ਼ਾਲੇ ਹੋਰ ਕੁਝ ਵੀ, ਜਿੰਨੀਆਂ ਵੀ ਸੰਗਤਾਂ ਨੇ, ਨਾਲੇ ਸਾਡੀ ਪੂਜਾ ਹੋਣੀ ਹੈ, ਸਾਰੇ ਪਦਾਰਥ ਸਾਡੇ ਕੋਲ ਆ ਜਾਣੇ ਹਨ। ਸ਼ੋਕ ਮੁਝ ਹੋਤ ਹੈ ਤਨੂਜ ਨਾ ਉਦੋਤ ਹੈ। ਕਿਉਂਕਿ ਘਰ ਦੇ ਵਿੱਚ ਪੁੱਤਰ ਨਹੀਂ ਹੈ, ਇਸ ਕਰਕੇ ਮੈਨੂੰ ਬੜਾ ਦੁੱਖ ਹੈ ਮਹਾਰਾਜੇ। ਸਭਨ ਸਿਰ ਮੌਤ ਹੈ ਸਥਿਰ ਜਗ ਨਾਹੀਂ ਕੋਏ। ਇਹ ਤਾਂ ਪਤਾ ਹੈ ਕਿ ਸੰਸਾਰ ਦੇ ਵਿੱਚ ਕੋਈ ਵੀ ਸਥਿਰ ਨਹੀਂ, ਕਿਉਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਸਾਰਿਆਂ ਨੇ ਜਾਣਾ ਸੰਸਾਰ ਦੇ ਵਿੱਚੋਂ, ਪਰ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨਾ, ਉਹ ਗੱਲਾਂ ਚੰਗੀਆਂ ਨਹੀਂ। ਸਿੱਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ। ਹਜ਼ਾਰਾਂ ਹੀ ਗਿਣਤੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀਆਂ ਸੰਗਤਾਂ ਆ ਕੇ ਤੁਹਾਨੂੰ ਨਮਸਕਾਰਾਂ ਕਰਦੀਆਂ ਨੇ। ਤੁਸੀਂ ਉਹਨਾਂ ਦੇ ਮਨ ਦੀਆਂ ਇੱਛਾਵਾਂ ਨੂੰ ਉਹ ਪੂਰੀਆਂ ਕਰਦੇ ਹੋ। ਇੱਛਾ ਪੂਰਕ ਸਰਬ ਸੁਖ ਦਾਤਾ ਹਰ
ਜਾ ਕੈ ਵਸ ਹੈ ਕਾਮ ਧੇਨਾ। ਵਿਤ ਸੁਤ ਆਦਿਕ ਸਗਲ ਸੁਖ ਦਾਏ ਕੋ। ਜੇ ਕੋਈ ਪੁੱਤਰ ਦੀ ਆ ਕੇ ਦਾਤ ਮੰਗਦਾ ਕਿ ਮਹਾਰਾਜ ਕਿਰਪਾ ਕਰੋ ਘਰ ਦੇ ਵਿੱਚ ਔਲਾਦ ਹੋਵੇ, ਤੁਸੀਂ ਉਹਨਾਂ ਦੇ ਉੱਪਰ ਕਿਰਪਾ ਕੀਤੀ ਹੈ। ਜਿਨੇ ਧਨ ਪਦਾਰਥ ਮੰਗੇ ਨੇ ਸਭ ਕੁਝ ਦਿੱਤਾ ਹੈ ਤੁਸਾਂ ਨੇ। ਆਪਣੇ ਸਦਨ ਮੈਂ ਸੁਨੰਦ ਦੇਹੋ ਗੁਰੂ ਤੁਮ। ਇਹ ਸਤਿਗੁਰੂ ਜੀ, ਅੱਜ ਮੈਂ ਵੀ ਇੱਕ ਦਾਸ ਬਣ ਕੇ ਆਈ ਹਾਂ ਤੁਹਾਡੇ ਕੋਲ ਤੇ ਬੇਨਤੀ ਕਰਦੀ ਹਾਂ ਕਿ ਮੈਨੂੰ ਵੀ ਪੁੱਤਰ ਦੀ ਪ੍ਰਾਪਤੀ ਹੋਵੇ, ਪੁੱਤਰ ਦੀ ਦਾਤ ਬਖਸ਼ੋ। ਵੰਸ਼ ਕੋ ਬਿਭੂਖਨ ਅਨੇਕ ਕਰੇ ਪਕਾਏ ਕੋ। ਕਿਉਂਕਿ ਜਿਹੜਾ ਘਰ ਦੇ ਵਿੱਚ ਪੁੱਤਰ ਪੈਦਾ ਹੋਣਾ ਇਹ ਇੱਕ ਵੰਸ਼ ਦਾ ਗਹਿਣਾ ਹੈ। ਅੱਗੇ ਔਲਾਦ ਤਾਂ ਹੀ ਚੱਲੇਗੀ ਨਾ ਜੇ ਘਰ ਦੇ ਵਿੱਚ ਪੁੱਤਰ ਹੋਵੇਗਾ। ਹਾਸੀ ਨਾ ਸ਼ਰੀਕ ਕਰੈ ਹੇਰ ਨਾ ਆਨੰਦ ਧਰੈ। ਇਹ ਜਿਹੋ ਜਿਹੇ ਹਾਸੇ ਹੱਸਦੇ ਆ ਨਾ, ਮਨ ਦੇ ਵਿੱਚ ਮਜ਼ਾਕ ਕਰਦੇ ਨੇ ਸ਼ਰੀਕ ਆਪਣੇ, ਉਹ ਫਿਰ ਕਦੇ ਵਾਸਤੇ ਕਰਨਗੇ ਨਹੀਂ। ਤੈਸੇ ਬਿਦ ਕਰੋ ਅਬ ਤੁਮ ਸਭ ਲਾਇਕ ਹੋ। ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਸਭ ਕੁਝ ਜਾਣਨਹਾਰ ਹੋ। ਉਹ ਵਿਧੀ ਜਿਹੜੀ ਹੈ ਬਣਾ ਦਿਓ, ਘਰ ਦੇ ਵਿੱਚ ਪੁੱਤਰ ਹੋ ਜਾਵੇ, ਆਨੰਦ ਖੁਸ਼ੀਆਂ ਖੇੜੇ ਆ ਜਾਣ, ਸ਼ਰੀਕ ਉਹ ਮਜ਼ਾਕ ਕਰਨੋਂ ਹਟ ਜਾਣ। ਐਸੇ ਕਹਿ ਬੈਨ ਕਰੇ ਨੀਚੇ ਜੁਗ ਨੈਣ ਪਈ। ਇਹ ਬੇਨਤੀਆਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਵਾਹਿਗੁਰੂ ਇਹ ਬੇਨਤੀਆਂ ਕਰਕੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਮਾਤਾ ਗੰਗਾ ਜੀ ਨੇ ਆਪਣੀਆਂ ਅੱਖੀਆਂ ਨੇਤਰ ਉਹ ਹੇਠਾਂ ਕਰ ਲਏ। ਲਾਜ ਹੂੰ ਕੋ ਐਨ ਤੇ ਸੰਕੋਚੀ ਨਿਜ ਕਾਏ ਕੋ। ਸੋ ਇਸ ਤਰ੍ਹਾਂ ਇਹ ਬੇਨਤੀ ਕੀਤੀ ਹੈ ਮਾਤਾ ਗੰਗਾ ਜੀ ਨੇ, ਤੇ ਬੇਨਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਾਜ ਦਾ ਘਰ ਬਣ ਗਈ। ਅਤੇ ਸੋ ਇਹ ਬੇਨਤੀਆਂ ਕੀਤੀਆਂ ਹਨ। ਹਮਰੇ ਨਾ ਤਾਤ ਪਇਓ ਐਸੀ ਤੋ ਕਹਿਤ ਬਾਤ। ਇਹ ਗੱਲ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨਾ ਪ੍ਰਿਥੀ ਚੰਦ ਤੇ ਕਰਮੋਂ ਨੇ, ਕਿ ਇਹਨਾਂ ਦੇ ਘਰ ਦੇ ਵਿੱਚ ਕਦੇ ਵੀ ਪੁੱਤਰ ਨਹੀਂ ਹੋਵੇਗਾ। ਮੋਕੋ ਬਿਨ ਭਾਗ ਜਾਨ ਮਾਨਤ ਆਨੰਦ ਕੋ। ਮੈਨੂੰ ਅਭਾਗਣ ਜਾਣ ਕੇ ਤੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਉਂਦੇ ਨੇ ਉਹ ਦੋਵੇਂ ਜੀ। ਆਪ ਸਮਰੱਥ ਨਾਥ ਸਭੈ ਬਿਦ ਹਾਥ ਬਿਖੈ। ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੇ ਹੱਥ ਦੇ ਵਿੱਚ ਸਭ ਕੁਝ ਹੈ, ਤੁਸੀਂ ਸਭ ਕੁਝ ਕਰ ਸਕਦੇ ਹੋ, ਸਮਰੱਥ ਗੁਰੂ ਹੋ। ਕਿਰਪਾ ਸਾਥ ਕਹੋ ਬਾਕ ਸੁੰਦਰ ਸੋ ਆਨੰਦ ਕੋ। ਕਿਰਪਾ ਕਰਕੇ ਇਹੋ ਜਿਹੇ ਬਚਨ ਜਿਹੜੇ ਨੇ ਆਨੰਦ ਵਾਲੇ ਸੁਖਦਾਈ ਦੇਣ ਵਾਲੇ ਬਚਨ ਉਹ ਆਖੋ ਤੁਸੀਂ ਕਿ ਘਰ ਦੇ ਵਿੱਚ ਪੁੱਤਰ ਪੈਦਾ ਹੋ ਜਾਵੇ। ਜੇ ਮੋ ਕਿਰਤਾਰਥ ਸਕਾਰਥੋ ਸਦਨ ਹੋਏ। ਸਤਿਗੁਰੂ ਜੀ, ਮੇਰੇ ਉੱਪਰ ਕਿਰਪਾ ਕਰੋ ਤੁਸੀਂ, ਜਿਹੜੀ ਮੇਰੇ ਮਨ ਦੀ ਇੱਛਾ ਹੈ ਨਾ ਉਹ ਪੂਰੀ ਹੋਣੀ ਚਾਹੀਦੀ ਹੈ। ਦਾਸੀ ਜਾਨ ਮੇਟੀ ਹੈ ਸੰਕਟ ਬਿਲੰਦ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਅੱਜ ਮੈਂ ਤੁਹਾਡੇ ਮਹਿਲ ਨਹੀਂ ਇੱਕ ਦਾਸੀ ਬਣ ਕੇ ਆਈ ਹਾਂ। ਬੇਨਤੀ ਕਰਦੀ ਹਾਂ ਤੁਹਾਡੇ ਚਰਨਾਂ ਦੇ ਵਿੱਚ। ਧਾਰੀ ਪੁਨ ਮੌਨ ਨਹੀਂ ਬੋਲਿਓ ਜਾਏ ਬੈਨ ਕੌਣ। ਅੱਖੀਆਂ ਦੇ ਵਿੱਚ ਜਲ ਜਿਹੜਾ ਹੈ ਵਹਿ ਰਿਹਾ ਹੈ ਮਾਤਾ ਗੰਗਾ ਜੀ ਦੇ, ਤੇ ਹੁਣ ਬੋਲਿਆ ਨਹੀਂ ਜਾ ਰਿਹਾ। ਬੇਨਤੀਆਂ ਕਰੀ ਜਾਂਦੇ ਨੇ, ਹੱਥ ਜੋੜੇ ਹਨ, ਹੱਥ ਜੋੜ ਕੇ ਖੜੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ। ਨੈਣਨ ਮੈਂ ਨੀਰ ਆਉਣ ਅੰਡਾਰੇ ਬ੍ਰਿੰਦ ਬੁੰਦ ਕੋ। ਸੋ ਅੱਖੀਆਂ ਦੇ ਵਿੱਚੋਂ ਨੀਰ ਉਹ ਵਹਿੰਦਾ ਤੁਰਿਆ ਜਾ ਰਿਹਾ ਹੈ, ਧਰਤੀ ਦੇ ਉੱਪਰ ਡਿੱਗਦਾ ਜਾ ਰਿਹਾ ਹੈ। ਇੰਨਾ ਪਾਣੀ ਅੱਖਾਂ ਦੇ ਵਿੱਚ ਆ ਗਿਆ ਮਾਤਾ ਜੀ ਦੇ। ਸਤਿਗੁਰ ਹੇਰੇ ਕਿਰਪਾ ਠਾਨ ਕੈ ਕਨੇਰੀ ਤਬ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਹੈ, ਤੱਕਿਆ ਹੈ, ਔਰ ਫਿਰ ਕਿਰਪਾ ਕੀਤੀ ਹੈ, ਬਚਨ ਕੀਤੇ। ਲਾਲ ਸਬਡੇਰੀ ਜੋ ਪੈ ਕੀਨੀ ਸੁਤ ਲੈਨ ਕੀ। ਕਿ ਤੁਸਾਂ ਨੇ ਬਹੁਤ ਇਹ ਵੱਡੀ ਮੰਗ ਜਿਹੜੀ ਹੈ ਕੀਤੀ ਹੈ ਕਿ ਘਰ ਦੇ ਵਿੱਚ ਪੁੱਤਰ ਹੋਣਾ ਚਾਹੀਦਾ। ਰਾਖਾ ਹੈ ਰਹਿ ਘਾਸ ਕੋ ਨਾ ਗਮ ਨੇ ਆਵਾਸ ਕੋ। ਕੀ ਬਚਨ ਕੀਤੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਕਹਿਣ ਲੱਗੇ ਜਿਹੜਾ ਘਾਹ ਦਾ ਰਾਖੀ ਹੈ, ਘਾਹ ਤੋਂ ਭਾਵ ਕਿ ਖੇਤੀ ਨੂੰ ਰਾਖੀ ਕਰਨ ਵਾਲਾ ਹੈ। ਕਿਹਨਾਂ ਨੂੰ ਆਖਿਆ? ਬਾਬਾ ਬੁੱਢਾ ਜੀ ਨੂੰ, ਜਿਹੜੇ ਆਪਣੇ ਘਰ ਦੇ ਵਿੱਚ ਨਹੀਂ ਜਾਂਦੇ ਤੇ ਸਾਡੇ ਕੋਲ ਰਹਿ ਕੇ ਸੇਵਾਵਾਂ ਕਰਦੇ ਹਨ। ਦਰਸ਼ ਕਰਤਾ ਸਕੋ ਸ਼ਕਤ ਬਰ ਦੇਨ ਕੀ। ਕਿ ਤੁਸੀਂ ਉਹਨਾਂ ਦੇ ਜਾ ਕੇ ਗੰਗਾ ਜੀ, ਉਹਨਾਂ ਦੇ ਜਾ ਕੇ ਦਰਸ਼ਨ ਕਰੋ, ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ ਤੇ ਤੁਹਾਡੇ ਮਨ ਦੀ ਭਾਵਨਾ ਉਹ ਪੂਰੀ ਕਰਨਗੇ। ਸਹਿਬ ਸੋ ਬੁੱਢਾ ਨਾਮ ਮਹਾਗੁਣ ਬ੍ਰਿੰਦ ਧਾਮ। ਜਿਨ੍ਹਾਂ ਦੇ ਵਿੱਚ, ਜਿਨ੍ਹਾਂ ਮਹਾਂਪੁਰਖਾਂ ਦੇ ਹਿਰਦੇ ਦੇ ਵਿੱਚ ਬੇਅੰਤ ਹੀ ਗੁਣ ਨੇ, ਉਹਨਾਂ ਦਾ ਨਾਮ ਹੈ ਬਾਬਾ ਬੁੱਢਾ ਸਾਹਿਬ ਜੀ। ਔਰ ਬੀੜ ਦੀ ਧਰਤੀ ਦੇ ਉੱਪਰ ਰਹਿੰਦੇ ਨੇ, ਉੱਥੇ ਰਹਿ ਕੇ
ਉਹ ਖੇਤੀ ਕਰਦੇ ਹਨ। ਗਿਆਨ ਅਬਿਰਾਮ ਸ਼ੇਰ ਮੋਹ ਸਮ ਏਨ ਕੀ। ਕਿਉਂਕਿ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੰਦ ਗੁਰਸਿੱਖ ਭਾਈ ਲੰਗਾ ਜੀ, ਉਹਨਾਂ ਨੇ ਜਗ੍ਹਾ ਜਿਹੜੀ ਸੀ ਸਤਿਗੁਰਾਂ ਨੂੰ ਦਿੱਤੀ ਸੀ, ਤੇ ਮਹਾਰਾਜ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤੇ ਸਨ, ਉਹਨਾਂ ਦੀ ਸੇਵਾ ਲਾਈ ਸੀ ਕਿ ਤੁਸੀਂ ਉੱਥੇ ਰਹਿ ਕੇ ਬੀੜ ਬਾਬਾ ਬੁੱਢਾ ਸਾਹਿਬ ਉਹ ਖੇਤੀ ਕਰਨੀ ਹੈ। ਸਤਿਗੁਰਾਂ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਹੀ ਬਾਬਾ ਬੁੱਢਾ ਸਾਹਿਬ ਜੀ ਉੱਥੇ ਰਹਿ ਕੇ ਖੇਤੀ ਕਰਦੇ ਸਨ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਕਿ ਉਹ ਗੁਰੂ ਘਰ ਦੇ ਅਨੰਦ ਗੁਰਸਿੱਖ ਨੇ, ਉਹਨਾਂ ਦੇ ਉੱਪਰ ਮਹਾਨ ਕਿਰਪਾ ਹੈ ਵੱਡੇ ਸਤਿਗੁਰਾਂ ਤੋਂ, ਇਸ ਕਰਕੇ ਤੁਸੀਂ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ। ਕੀਜੀਏ ਪ੍ਰਸੰਨ ਬਰ ਲੀਜੀਏ ਸੋ ਧਨ ਬਨ। ਜਿਵੇਂ ਕਿਵੇਂ ਵੀ ਕਰਕੇ ਜਿਸ ਤਰ੍ਹਾਂ ਵੀ ਉਹਨਾਂ ਨੂੰ ਪ੍ਰਸੰਨ ਕਰ ਲੋ। ਜਦੋਂ ਬਾਬਾ ਬੁੱਢਾ ਜੀ ਪ੍ਰਸੰਨ ਹੋ ਗਏ, ਉਹਨਾਂ ਨੇ ਬਚਨ ਕਰ ਦੇਣੇ ਆ, ਉਹਨਾਂ ਦੇ ਬਚਨ ਸੱਤ ਹੋ ਜਾਣੇ ਆ। ਬੇਨਤੀ ਭਨੀ ਜੀ ਹੈ ਵਡਾਈ ਤਜ ਬੈਨ ਕੀ। ਸੋ ਆਪਣੀ ਵਡਿਆਈ, ਇਹ ਆਪਣਾ ਹੰਕਾਰ ਛੱਡ ਕੇ ਉਹਨਾਂ ਦੀ ਵਡਿਆਈ ਕਰਨੀ ਹੈ, ਤੇ ਉਹਨਾਂ ਦੇ ਬਚਨ ਜਿਹੜੇ ਹਨ ਉਹ ਮੰਨਣੇ ਹਨ, ਤੇ ਬੇਨਤੀ ਕਰਨੀ ਹੈ ਉਹਨਾਂ ਦੇ ਕੋਲ ਜਾ ਕੇ। ਸਭ ਹੀ ਗੁਰੂ ਕੇ ਪਾਏ ਸੇਵਤ ਬਤਾਏ ਬੈਸ। ਕਿਉਂਕਿ ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਤੇ ਹੁਣ ਤੱਕ ਗੁਰੂ ਘਰ ਦੇ ਵਿੱਚ ਰਹਿ ਕੇ ਸਤਿਗੁਰਾਂ ਦੀਆਂ ਸੇਵਾਵਾਂ ਕੀਤੀਆਂ, ਗੁਰੂ ਦੇ ਬਚਨਾਂ ਨੂੰ ਮੰਨਿਆ ਹੈ। ਆਪਣੀ ਜਿੰਨੀ ਉਮਰ ਹੈ ਉਹਨਾਂ ਨੇ ਬਤੀਤ ਕੀਤੀ ਹੈ ਗੁਰੂ ਦੀ ਸੇਵਾ ਦੇ ਵਿੱਚ। ਰਾਮ ਗੁਰੂ ਧਾਮ ਕੋ ਸੰਭਾਰੇ ਕਾਰ ਤਿਨ ਕੀ। ਜਿਹੜੇ ਗੁਰੂ ਘਰ ਦੇ ਪਿੰਡ ਹਨ, ਔਰ ਇਸੇ ਤਰ੍ਹਾਂ ਹੀ ਹੋਰ ਵੀ ਜਿਹੜੇ ਕੰਮਕਾਰ ਨੇ ਗੁਰੂ ਘਰ ਦੇ, ਉਹ ਬੜੇ ਚਾਅ ਦੇ ਨਾਲ, ਕਹਿ ਲੋ ਸਤਿਗੁਰਾਂ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਗੁਰੂ ਦੀ ਸੇਵਾ ਸਮਝ ਕਰਕੇ ਤੇ ਉਹ ਕਰਦੇ ਨੇ। ਮਹਾ ਸਮਰੱਥ ਹੈ ਜੇ ਹੱਥ ਧਰੇ ਮੱਥ ਹੈ। ਉਹ ਬੜੇ ਸਮਰੱਥ ਨੇ, ਜਿੰਦੇ ਵੀ ਸਿਰ ਤੇ ਹੱਥ ਰੱਖ ਦਿੰਦੇ ਹਨ ਬਾਬਾ ਬੁੱਢਾ ਜੀ। ਸਗਲ ਦੁੱਖ ਲੱਥ ਹੈ ਬਿਹਾਏ ਚਿੰਤ ਮਨ ਕੀ। ਜਿਨ੍ਹਾਂ ਦੇ ਉੱਪਰ ਉਹਨਾਂ ਨੇ ਬਖਸ਼ਾਂ ਕਰਤੀਆਂ, ਆਪਣਾ ਜਿਹੜਾ ਹੱਥ ਹੈ ਉਹ ਰੱਖ ਦਿੱਤਾ ਹੈ, ਉਹਨਾਂ ਦੇ ਸਾਰੇ ਦੁੱਖ ਹੀ ਚਿੰਤਾਵਾਂ ਉਹ ਖਤਮ ਕਰਤੀਆਂ ਉਹਨਾਂ ਨੇ। ਔਰ ਮੈਂ ਮਨੋਰਥ ਪ੍ਰਸੰਨ ਹੋਏ ਜਾਹੀ ਪਰ ਜਿੰਦੇ ਉੱਪਰ ਪ੍ਰਸੰਨ ਹੁੰਦੇ ਨੇ, ਜਿੰਦੇ ਉੱਪਰ ਕਿਰਪਾ ਕਰ ਦਿੰਦੇ ਨੇ, ਫਿਰ ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਬਾਸ਼ਤ ਕੋ ਦੇਹ ਲਾਜ ਰਾਖ ਹੈ ਸ਼ਰਨ ਕੀ। ਕਿਉਂਕਿ ਉਹ ਸ਼ਰਨ ਆਇਆਂ ਦੀ ਲਾਜ ਰੱਖਦੇ ਨੇ। ਬਾਸ਼ਤ ਕੋ ਦੇਹ ਮਨ ਇੱਛਤ ਫਲ ਉਹ ਦੇ ਦਿੰਦੇ ਹਨ ਬਾਬਾ ਬੁੱਢਾ ਸਾਹਿਬ ਜੀ। ਚਿਤ ਮੈਂ ਅਚਲ ਹੈ ਵਿਸ਼ਾਲਤੀ ਪਰ ਪਲ ਹੈ। ਉਹਨਾਂ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਵਿਸ਼ਾਲ ਬੁੱਧੀ ਵਾਲੇ ਨੇ। ਗੁਰੂ ਘਰ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਸਫਲ ਸੇਵਾਵਾਂ ਜਿਹੜੀਆਂ ਹਨ ਉਹਨਾਂ ਕੀਤੀਆਂ ਹਨ, ਤੇ ਉਹਨਾਂ ਦਾ ਬਚਨ ਜਿਹੜਾ ਹੈ ਅਟਲਤਾ ਬਚਨ ਕੀ। ਉਹਨਾਂ ਦੇ ਬਚਨ ਸੱਚੇ ਨੇ, ਜੋ ਵੀ ਉਹਨਾਂ ਕਹਿ ਦਿੱਤੇ। ਟਹਿਲ ਤਾਂ ਸਫਲ ਹੈ ਅਟਲਤਾ ਬਚਨ ਕੀ। ਉਹਨਾਂ ਦੀ ਸੇਵਾ ਜਿਹੜੀ ਹੈ ਸਫਲ ਹੈ, ਉਹਨਾਂ ਦੇ ਬਚਨ ਉਹ ਸੱਚੇ ਹਨ। ਐਸੇ ਨਿਜ ਦਾਸ ਕੀ ਪ੍ਰਸ਼ੰਸਾ ਕੋ ਪ੍ਰਕਾਸ਼ ਕੀਨ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਮਾਤਾ ਗੰਗਾ ਜੀ ਦੇ ਕੋਲ ਕੀਤੀ। ਗੰਗਾ ਸੁਨ ਲੀਨ ਆਸਾ ਤਰੀ ਔਰ ਆਨੰਦ ਕੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਦੀ ਵਡਿਆਈ ਨੂੰ ਜਦੋਂ ਸੁਣਿਆ ਹੈ, ਮਨ ਦੇ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਨੂੰ ਧਾਰਨ ਕੀਤਾ। ਬਾਕ ਪੈ ਵਿਸ਼ਵਾਸ ਕਰ ਰਾਤ ਕੋ ਨਿਵਾਸ ਕਰ। ਹੁਣ ਆਪਣੇ ਮਹਿਲਾਂ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਕਹੇ ਹੋਏ ਬਚਨਾਂ ਦੇ ਉੱਪਰ ਵਿਸ਼ਵਾਸ ਕੀਤਾ ਹੈ, ਮਹਿਲਾਂ ਦੇ ਵਿੱਚ ਗਏ ਹਨ, ਰਾਤ ਬਤੀਤ ਕੀਤੀ ਆ। ਉਦਿਓ ਸਪਤਾਸ ਤਿਆਰੀ ਕਰੀ ਜਾਨ ਬ੍ਰਿੰਦ। ਕਹਿੰਦੇ ਜਦੋਂ ਸਵੇਰ ਹੋਈ ਹੈ, ਸੂਰਜ ਚੜਿਆ ਹੈ, ਦਿਨ ਚੜਿਆ ਹੈ, ਬਾਬਾ ਬੁੱਢਾ ਜੀ ਦੇ ਕੋਲ ਜਾਣ ਦੀ ਤਿਆਰੀ ਕਰ ਲਈ। ਸਿਆੰਦਨ ਤੁਰੰਗ ਜੋਰ ਸੁੰਦਰ ਸਜਾਏ ਰੰਗ। ਸੋ ਘੋੜੇ ਜਿਹੜੇ ਸੀ ਉਹਨਾਂ ਨੂੰ ਜੋੜ ਕੇ ਤੇ ਜਿਹੜੇ ਰਥ ਸਨ ਉਹਨਾਂ ਨੂੰ ਸਜਾ ਲੈਣਾ ਕੀਤਾ। ਕਲਸ਼ ਉਤੰਗ ਚਾਮੀ ਕਰ ਦੁੱਤ ਦੰਦ ਕੀ। ਜਿਹੜੇ ਕਲਸ਼ ਸਨ ਉਹ ਲਾ ਲਏ ਨੇ, ਰਥਾਂ ਨੂੰ ਤਿਆਰ ਕਰ ਲਿਆ ਬਾਬਾ ਬੁੱਢਾ ਜੀ ਦੇ ਕੋਲ ਜਾਣ ਲਈ। ਗੱਜ ਮੰਦ ਨੀਰ ਤਰ ਸ਼ਬਦ ਗੰਭੀਰ ਭਇਓ। ਕਵੀ ਜੀ ਕਹਿੰਦੇ ਜਿਵੇਂ ਬੱਦਲਾਂ ਦੀ ਆਵਾਜ਼ ਆਉਂਦੀ ਆ ਨਾ, ਇਸ ਤਰ੍ਹਾਂ ਰਥਾਂ ਦੇ ਤੁਰਨ ਦੇ ਨਾਲ ਉਹ ਆਵਾਜ਼ਾਂ ਆ ਰਹੀਆਂ ਹਨ, ਤੇ ਬੜੇ ਖੁਸ਼ੀ ਦੇ ਨਾਲ ਚਾਵਾਂ ਦੇ ਨਾਲ ਸੋ ਹੋਰ ਵੀ ਜਿਹੜੇ ਹਨ ਉਹ ਜਾ ਰਹੇ ਨੇ ਮਾਤਾ ਗੰਗਾ ਜੀ ਦੇ ਨਾਲ। ਸੋ ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ ਜੋ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੇ ਨੇ, ਕਿਉਂਕਿ ਅੱਜ ਕੱਲ ਕਈ ਪ੍ਰਚਾਰਕ
ਇਸ ਪ੍ਰਸੰਗ ਨੂੰ, ਇਸ ਵਾਰਤਾ ਨੂੰ ਵੀ ਝੂਠੇ ਕਰਦੇ ਹਨ ਕਿ ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਸਭ ਕੁਝ ਕਰ ਸਕਦੇ ਨੇ, ਸੰਗਤਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰ ਸਕਦੇ ਨੇ, ਤੇ ਫਿਰ ਮਾਤਾ ਗੰਗਾ ਜੀ ਨੂੰ ਪੁੱਤਰ ਕਿਉਂ ਨਹੀਂ ਸੀ ਦੇ ਸਕਦੇ। ਪਰ ਨਹੀਂ ਸਾਧ ਸੰਗਤ ਜੀ, ਕਿਉਂਕਿ ਹਰ ਆਪਣੀ ਵਡਿਆਈ ਭਾਵ ਦੀ ਜਾਣਕਾ ਜੈਕਾਰ ਕਰਾਈ। ਤੇ ਮਹਾਰਾਜ ਸਾਹਿਬ ਦੇ ਇਹ ਬਚਨ ਹਨ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਕਿ ਮਹਾਰਾਜ ਸਾਹਿਬ ਨੂੰ ਜਿਹੜੀ ਰੱਬ ਦੇ ਪਿਆਰਿਆਂ ਦੀ ਵਡਿਆਈ ਆ ਨਾ, ਉਹ ਚੰਗੀ ਲੱਗਦੀ ਹੈ। ਆਪਣੇ ਗੁਰਸਿੱਖਾਂ ਦੀ ਵਡਿਆਈ ਵੀ ਕਰਾਉਣੀ ਆ ਨਾ ਮਹਾਰਾਜ ਸਾਹਿਬ ਨੇ, ਜਿਨ੍ਹਾਂ ਨੇ ਮਹਾਨ ਸੇਵਾਵਾਂ ਕੀਤੀਆਂ ਔਰ ਮਾਤਾ ਗੰਗਾ ਜੀ ਨੂੰ ਉਹਨਾਂ ਦੇ ਕੋਲ ਭੇਜਿਆ ਹੈ। ਜਿਵੇਂ ਉਹਨਾਂ ਨੇ ਬਚਨ ਕਰਨੇ ਹਨ, ਉਹ ਆਪਾਂ ਪ੍ਰਸੰਗ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਕਿਉਂਕਿ ਇਸ ਤੋਂ ਬਾਅਦ ਸਤਿਕਾਰਯੋਗ ਢਾਡੀ ਜਥਾ ਭਾਈ ਇੰਦਰਜੀਤ ਸਿੰਘ ਜੀ, ਉਹਨਾਂ ਨੇ ਆਪ ਸੰਗਤਾਂ ਦੇ ਨਾਲ 7:35 ਤੱਕ ਸੋ ਢਾਡੀ ਵਾਰਾਂ ਦੇ ਰਾਹੀਂ ਆਪ ਜੀ ਨੂੰ ਨਿਹਾਲ ਕਰਨਾ। ਉਸ ਤੋਂ ਬਾਅਦ ਇੱਕ ਹੋਰ ਢਾਡੀ ਜਥਾ ਹੈ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ, ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਹੀ ਬੜੇ ਆਨੰਦ ਦੇ ਨਾਲ ਢਾਡੀ ਵਾਰਾਂ ਸਰਵਣ ਕਰਕੇ ਸੋ ਆਪਣਾ ਇਹ ਜੀਵਨ ਜਿਹੜਾ ਹੈ ਗੁਰ ਇਤਿਹਾਸ, ਸਿੱਖ ਇਤਿਹਾਸ, ਉਹ ਸਰਵਣ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਇਆਂ ਦਾਸ ਦੇ ਕੋਲੋਂ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ। ਸਤਿਗੁਰੂ ਔਰ ਆਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਲੇਖਿਆ ਕਤੈ ਨਾ ਛੁਟੀ ਆਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਿਆੰਦਨ ਤੁਰੰਗ ਜੋਰ ਸੁੰਦਰ ਸਜਾਏ ਰੰਗ, ਕਲਸ ਉਤੰਗ ਚਾਮੀ ਕਰ ਦੁੱਤ ਦੁੰਦ ਕੀ, ਗਾਜੇ ਮੰਦ ਨੀਰ ਧਰ ਸ਼ਬਦ ਗੰਭੀਰ ਭਇਓ, ਵਾਰਤਾ ਸਗਲ ਕਰਿਆ ਆਨੰਦ ਬਿਲੰਦ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।